ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪਰਕਾਸਕ, ਸੁਮਤਿ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਤੀਸਾ, ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਾਰ ਦਰ ਕਾਰ ਮਾਥ। ਹਰ ਰੰਗ ਮਿਲਨ ਕੋ ਮਿਲਤੇ हैं, वो बाबा नानक साहे गुरु। सब संगत शीस निभाए कहो, मेरे मन हो न विसरै वाहे गुरु। सब संगत शीस निभाए कहो, मेरे मन हो न विसरै ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹਾਂ ਜੋ ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਖਵਾਲੇ, ਲੋਕ ਅਤੇ ਪਰਲੋਕ ਕੇ ਸਹਾਇਕ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪ੍ਰੇਮ ਸਹਿਤ ਸਾਮਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਚਰਨਾਂ ਅੰਦਰ ਜੁੜ ਕਰਕੇ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਹਾਜ਼ੂਰ ਨੇ ਕਿਰਪਾ ਕਰਦਿਆਂ ਰੱਬੀ ਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕੀਤਾ ਹੈ। ਆਓ ਉਪਰੰਤ ਸਜੇ ਹੋਏ ਦੀਵਾਨਾਂ ਅੰਦਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਕੇ ਇਤਿਹਾਸ ਦੀ ਕਥਾ ਜੋ ਪਾਵਨ ਸਥਾਨ ਤੋਂ ਲੜੀਵਾਰ ਰੂਪ ਵਿੱਚ ਆਪਾਂ ਸ਼ਰਵਣ ਕਰ ਰਹੇ ਹਾਂ। ਕਥਾ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਕਰੀਏ ਪਵਿੱਤਰ ਸਤਿਗੁਰੂ ਦੇ ਚਰਨੀ ਲਗਵਾਈਏ ਹਾਜ਼ਰੀਆਂ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਜੋ ਪਾਵਨ ਸਥਾਨ ਤੋਂ ਜਗਤ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ
ਤਿੰਨਾਂ ਦੇ ਜੀਵਨ ਦੀ ਲੜੀਵਾਰ ਕਥਾ ਪ੍ਰੇਮ ਸਹਿਤ ਆਪਾਂ ਸਰਵਣ ਕਰ ਰਹੇ ਹਾਂ। ਚੱਲ ਰਹੀ ਕਥਾ ਵਿੱਚੋਂ ਪ੍ਰਸੰਗ ਚੱਲ ਰਿਹਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਵਿੱਚ ਸਿੱਖਾਂ ਵਿੱਚ ਬੈਠ ਕਰਕੇ ਇਹ ਵਚਨ ਕੀਤਾ ਹੈ ਕਿ ਅਸੀਂ ਅੱਜ ਸੰਸਾਰ ਤੋਂ ਕੂਚ ਕਰ ਜਾਣਾ ਹੈ, ਸਰੀਰਕ ਜਾਮੇ ਨੂੰ ਸੰਕੋਚ ਲੈਣਾ ਹੈ। ਇਹ ਬਚਨ ਸੁਣ ਕਰਕੇ ਸਿੱਖਾਂ ਦੇ ਹਿਰਦੇ ਵੈਰਾਗਮਈ ਹੋ ਗਏ। ਸੰਗਤਾਂ ਦੂਰੋਂ ਦਰੇਡਿਓਂ ਜਿੱਥੇ ਵੀ ਕਿਤੇ ਪਤਾ ਲੱਗਿਆ ਕਿ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣਾ ਸਰੀਰਕ ਜਾਮਾ ਸੰਕੋਚਣ ਦੀ ਤਿਆਰੀ ਕਰ ਰਹੇ ਹਨ। ਸੰਗਤਾਂ ਦਰਸ਼ਨਾਂ ਵਾਸਤੇ ਬੜੀ ਦੂਰੋਂ ਦੂਰੋਂ ਚੱਲ ਕੇ ਆਉਣ ਲੱਗ ਪਈਆਂ। ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਹੁਤ ਵੱਡਾ ਇਕੱਠ ਹੋ ਗਿਆ। ਸਤਿਗੁਰਾਂ ਨੇ ਸਾਰੀ ਤਿਆਰੀ ਕਰਾ ਦਿੱਤੀ। ਭਾਈ ਸਧਾਰਨ ਜੀ ਨੂੰ ਦੱਸ ਦਿੱਤਾ ਕਿ ਇਸ ਜਗ੍ਹਾ ਤੇ ਸਾਡਾ ਸੰਸਕਾਰ ਕਰ ਦਿਓ। ਸਾਰੇ ਗੁਰੂ ਕੇ ਸਿੱਖ ਗੁਰੂ ਕੇ ਦਰਸ਼ਨਾਂ ਦੇ ਵਿੱਚ ਬੈਠੇ ਨੇ। ਸਾਰੀ ਰਾਤ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਰਿਹਾ। ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਸਵੇਰ ਦਾ ਵਕਤ ਹੋਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧਰਮਸ਼ਾਲਾ ਤੋਂ ਬਾਹਰ ਆ ਗਏ। ਆ ਕੇ ਜਿਸ ਜਗ੍ਹਾ ਦੇ ਉੱਤੇ ਦੱਬ ਦਾ ਆਸਣ ਵਿਛਾਇਆ ਹੋਇਆ ਸੀ ਜ਼ਮੀਨ ਦੇ ਉੱਪਰ ਆ ਕੇ ਲੇਟ ਗਏ। ਹੁਣ ਸੰਗਤਾਂ ਦੇ ਹਿਰਦੇ ਦਾ ਜਿਹੜਾ ਵੈਰਾਗ ਸੀ ਉਮੜ ਕੇ ਸਾਹਮਣੇ ਆਉਣ ਲੱਗਿਆ। ਭਾਵੇਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਹੁਤ ਸਮਝਾਇਆ ਗੁਰਸਿੱਖਾਂ ਨੂੰ, ਭਾਈ ਇਹ ਸਰੀਰਕ ਜਿਹੜਾ ਵਿਛੋੜਾ ਹੈ ਇੱਕ ਨਾ ਇੱਕ ਦਿਨ ਪੈਣਾ ਹੀ ਪੈਣਾ ਹੈ। ਸਰੀਰ ਕਰਕੇ ਇੱਕ ਨਾ ਇੱਕ ਦਿਨ ਸਾਡੇ ਤੋਂ ਦੂਰੀ ਪਵੇਗੀ ਹੀ ਪਵੇਗੀ, ਕਿਉਂਕਿ ਸਰੀਰ ਕੋਈ ਵੀ ਸਦਾ ਨਹੀਂ ਰਿਹਾ ਕਰਦਾ। ਪਰ ਜੇ ਸ਼ਬਦ ਨਾਲ ਜੁੜੋਗੇ ਤੇ ਸ਼ਬਦ ਕਰਕੇ ਗੁਰੂ ਸਾਹਿਬ ਕਹਿੰਦੇ ਅਸੀਂ ਸਦਾ ਹੀ ਤੁਹਾਡੇ ਨਾਲ ਆ, ਅਸੀਂ ਤੁਹਾਡੇ ਤੋਂ ਦੂਰ ਨਹੀਂ ਹਾਂ। ਪਰ ਜੇ ਸ਼ਬਦ ਦਾ ਅਭਿਆਸ ਕਰੋਗੇ ਤਾਂ ਹੀ ਤੁਹਾਨੂੰ ਇਸ ਗੱਲ ਦਾ ਮਹਿਸੂਸ ਹੋਣਾ ਹੈ, ਗੱਲ ਦਾ ਪਤਾ ਲੱਗਣਾ ਹੈ ਕਿ ਗੁਰੂ ਸਦਾ ਅੰਗ ਸੰਗੇ ਹੈ। ਸਤਿਗੁਰਾਂ ਨੇ ਇਸ ਤਰ੍ਹਾਂ ਸਮਝਾਇਆ ਬਹੁਤ ਹੈ, ਪਰ ਕਿਉਂਕਿ ਜਿਹੜਾ ਸਰੀਰਕ ਵਿਛੋੜਾ ਵੀ ਹੈ ਇਹ ਵੀ ਬੰਦੇ ਨੂੰ ਅਤਿਅੰਤ ਦੁੱਖ ਦਿੰਦਾ ਹੈ। ਇਹਨੂੰ ਜ਼ਿੰਦਗੀ ਦਾ ਵੱਡਾ ਦੁੱਖ ਮੰਨਿਆ ਗਿਆ ਹੈ। ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਇਹ ਵਿਛੋੜੇ ਦਾ ਹੀ ਹੈ। ਦੂਸਰੇ ਨੰਬਰ ਤੇ ਭੁੱਖ ਦਾ ਦੁੱਖ ਹੈ ਬੰਦੇ ਦੀ ਜ਼ਿੰਦਗੀ ਵਿੱਚ। ਤੀਸਰਾ ਜਮਕਾਲ ਦਾ ਦੁੱਖ ਹੈ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ, ਜਿਹੜਾ ਕਿ ਹਰੇਕ ਦੀ ਜ਼ਿੰਦਗੀ ਵਿੱਚ ਪੈਣਾ ਹੀ ਪੈਣਾ ਹੈ, ਕਿਉਂਕਿ ਸਦਾ ਵਾਸਤੇ ਇੱਥੇ ਸੰਸਾਰ ਤੇ ਕੋਈ ਰਹਿ ਨਹੀਂ ਸਕਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਉਸ ਦੱਬ ਦੇ ਆਸਣ ਦੇ ਉੱਤੇ ਜਾ ਕੇ ਵਿਰਾਜ ਗਏ, ਸਤਿਗੁਰਾਂ ਨੇ ਉੱਪਰ ਆਪਣੇ ਕੱਪੜਾ ਲੈ ਲਿਆ। ਮਾਤਾ ਸੁਲੱਖਣੀ ਜੀ ਗੁਰੂ ਕੇ ਮਹਿਲ, ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੇ ਪੁੱਤਰਾਂ ਨੇ, ਭਾਵ ਕਿ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਨੇ ਆਪਣੇ ਪਿਤਾ ਦਾ ਬਚਨ ਨਹੀਂ ਮੰਨਿਆ ਤੇ ਦਰਸ਼ਨ ਕਰਨ ਵਾਸਤੇ ਵੀ ਨਹੀਂ ਆਏ, ਤੇ ਬਾਅਦ ਵਿੱਚ ਉਹਨਾਂ ਨੂੰ ਪਛਤਾਵਾ ਬਹੁਤ ਹੋਣਾ ਹੈ। ਮਾਤਾ ਸੁਲੱਖਣੀ ਜੀ ਉੱਠ ਕੇ ਖੜੇ ਹੋ ਗਏ, ਬੇਨਤੀ ਕੀਤੀ, ਹੇ ਮਾਲਕ, ਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਗੁਰੂਪਤੀ ਜੀਓ, ਕਿਰਪਾ ਕਰੋ ਇੱਕ ਵਾਰੀ ਆਪਣੇ ਪੁੱਤਰਾਂ ਨੂੰ ਆਪਣੇ ਪਾਸ ਬੁਲਾ ਲਵੋ, ਉਹ ਵੀ ਦਰਸ਼ਨ ਕਰ ਲੈਣ। ਆਪ ਜੀ ਖਿਮਾ ਕਰਨ ਵਾਲੇ ਹੋ, ਉਹਨਾਂ ਦੇ ਜੀਵਨ ਵਿੱਚ ਜੇ ਔਗਣ ਹੈਗੇ ਵੀ ਨੇ, ਪਰ ਤੁਸੀਂ ਖਿਮਾ ਦੇ ਪੁੰਜ ਹੋ। ਅਖੀਰਲਾ ਸਮਾਂ ਹੈ, ਮਹਾਰਾਜ ਕਿਰਪਾ ਕਰੋ, ਦਇਆ ਦੇ ਘਰ ਵਿੱਚ ਆਓ, ਮੇਰੀ ਬੇਨਤੀ ਮੰਨੋ। ਅਖੀਰਲੇ ਸਮੇਂ ਆਪਣੇ ਪੁੱਤਰਾਂ ਨੂੰ ਬੁਲਾ ਲਓ। ਭਾਵੇਂ ਕਿ 2 ਵਾਰੀ ਪਹਿਲਾਂ ਗੁਰੂ ਸਾਹਿਬ ਨੇ ਸੁਨੇਹਾ ਘੱਲਿਆ ਸੀ, ਪਰ ਉਹ ਹੰਕਾਰ ਵਸ ਜਾਂ ਇਸ ਗੁੱਸੇ ਦੇ ਮਾਰੇ ਨਹੀਂ ਸੀ ਆਏ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਤਾ ਗੱਦੀ ਕਿਉਂ ਨਹੀਂ ਦਿੱਤੀ। ਹੁਣ ਜਿਸ ਵੇਲੇ ਤੀਸਰੀ ਵਾਰੀ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਮਹਾਰਾਜ ਤੁਹਾਡੇ ਪੁੱਤਰ ਨੇ, ਤੁਸੀਂ ਖਿਮਾ ਦੇ ਪੁੰਜ ਹੋ, ਇੱਕ ਵਾਰੀ ਸੁਨੇਹਾ ਭੇਜ ਕੇ ਇੱਕ ਵਾਰੀ ਬੁਲਾ ਲਓ, ਤੁਹਾਨੂੰ ਜਾਂਦਿਆਂ ਤਾਂ ਮਿਲ ਲੈਣ। ਸਤਿਗੁਰਾਂ ਨੇ ਇੱਕ ਗੁਰਸਿੱਖ ਨੂੰ ਭੇਜਿਆ ਕਿ ਜਾਓ ਭਾਈ, ਜਾ ਕੇ ਉਹਨਾਂ ਨੂੰ ਸੁਨੇਹਾ ਦਿਓ ਸਾਡੇ ਪੁੱਤਰਾਂ ਨੂੰ ਕਿ ਆ ਕੇ ਮਿਲ ਲੈਣ। ਸਿੱਖ ਗਿਆ ਤੇ ਜਾ ਕੇ ਬੜੇ ਪ੍ਰੇਮ ਦੇ ਨਾਲ ਕਿਹਾ, ਕਹਿਣ ਲੱਗੇ, ਹੇ ਗੁਰੂ ਕੇ ਪੁੱਤਰੋ, ਤੁਹਾਡੇ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀਆਂ ਕਰ ਕਰਕੇ ਤੁਹਾਡੇ ਪਾਸ ਭੇਜਿਆ ਹੈ। ਹੁਣ ਸਮਾਂ ਨਹੀਂ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਿਲਕੁਲ ਅੰਤਲੇ ਸਮੇਂ ਤੇ ਪਹੁੰਚ ਗਏ ਨੇ ਤੇ ਇਸ ਵੇਲੇ ਸਰੀਰਕ ਨੂੰ ਸੰਕੋਚਣ ਦੀ ਤਿਆਰੀ ਹੈ। ਅੱਜ ਦਾ ਪਿਆ ਹੋਇਆ ਵਿਛੋੜਾ ਵਾਪਸ ਕਦੇ ਮੇਲ ਨਹੀਂ ਪੈਣਾ। ਇਸ ਕਰਕੇ ਜੇ ਅਜੇ ਵੀ ਚਾਹੁੰਦੇ ਹੋ, ਦੇਰ ਨਾ ਕਰੋ, ਜਾ ਕੇ ਗੁਰੂ ਪਿਤਾ ਦੇ ਦਰਸ਼ਨ ਕਰ ਲਓ। ਜਦੋਂ ਪੁੱਤਰਾਂ ਦੀਆਂ ਅੱਖਾਂ ਖੁੱਲੀਆਂ
ਦੌੜ ਪਏ, ਕਿਉਂਕਿ ਮਾਤਾ ਜੀ ਦੀ ਗੱਲ ਸੁਣੀ ਕਿ ਮਾਤਾ ਜੀ ਨੇ ਪੁਕਾਰ ਕੀਤੀ ਹੈ ਤਾਂ ਤੁਹਾਡੇ ਕੋਲ ਭੇਜਿਆ ਹੈ। ਉੱਠ ਕੇ ਦੌੜੇ ਜਾ ਰਹੇ ਨੇ ਦੋਵੇਂ ਪੁੱਤਰ ਤੇ ਕਹਿੰਦੇ ਨੇ, ਪਿਤਾ ਜੀ ਅਜੇ ਨਾ ਸਮਾਓ, ਅਜੇ ਸਾਡੇ ਕੋਲ ਹੀ ਰਹਿਣਾ ਕਰੋ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਤਨ ਦੇ ਉੱਤੇ ਕੱਪੜਾ ਤਾਣ ਕੇ ਪੈ ਗਏ, ਲੋਕਾਂ ਦੇ ਸਾਹਮਣੇ ਲੇਟ ਗਏ ਨੇ। ਗੇ ਸਮਾਏ ਤਨ ਰਹੇ ਨਾ ਪ੍ਰਾਨਾ, ਭਾ ਕਹਾਏ ਕੋ ਸ਼ਬਦ ਮਹਾਨਾ। ਜਦੋਂ ਸੰਗਤਾਂ ਨੇ, ਜਿੰਨਾ ਵੱਡਾ ਸੰਗਤਾਂ ਦਾ ਇਕੱਠ ਹੋਇਆ, ਸੰਗਤਾਂ ਨੇ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਆਪਣੇ ਤਨ ਤੇ ਵਸਤਰ ਲੈ ਕੇ ਲੇਟ ਗਏ ਹਨ, ਤੇ ਸੰਗਤਾਂ ਦੇ ਵਿੱਚ, ਲੋਕਾਂ ਦੇ ਵਿੱਚ ਇੱਕ ਹਾਹਾਕਾਰ ਜੀ ਮਚ ਗਈ। ਆਓ ਜਿਵੇਂ ਕਵੀ ਜੀ ਬਿਆਨ ਕਰ ਰਹੇ ਨੇ, ਆਪਾਂ ਪ੍ਰੇਮ ਸਹਿਤ ਤੋਂ ਪ੍ਰਸੰਗ ਬਿਆਨ ਵਿਚਾਰਨਾ ਕਰੀਏ। ਕਰਹੀ ਲੋਕ ਬਿਲਾਪ ਕਲਾਪਾ, ਭਇਓ ਪ੍ਰਭੂ ਕੋ ਬਿਰਹੋ ਪ੍ਰਤਾਪਾ। ਬਹੁਤ ਪ੍ਰੇਮ ਵਾਲੇ ਕਈ ਬਿਰਲਾਪ ਵੀ ਕਰਨ ਲੱਗ ਪਏ, ਰੋਣ ਵੀ ਲੱਗ ਪਏ, ਭਾਵੇਂ ਕਿ ਗੁਰਮਤਿ ਦੇ ਅਨੁਸਾਰ ਤੇ ਗੁਰੂ ਨੇ ਬਚਨਾ ਕਰਕੇ ਵੀ ਰੋਕਿਆ, ਪਰ ਕਈਆਂ ਦੇ ਹਿਰਦਿਆਂ ਕੋਲੋਂ ਨਹੀਂ ਰੁਕਿਆ ਗਿਆ, ਰੋ ਰਹੇ ਨੇ। ਗੁਰੂ ਸਾਹਿਬ ਜੀ ਦੇ ਵਿਛੋੜੇ ਦਾ ਦੁੱਖ ਝੱਲਿਆ ਨਹੀਂ ਉਹਨਾਂ ਕੋਲੋਂ ਜਾ ਰਿਹਾ। ਨਰਨ ਵੇਖੇ ਬਾਰੁਦਰ ਕਨੇਰਾ, ਸੁਰਨ ਮਝਾਰ ਆਨੰਦ ਬਧੇਰਾ। ਇਸ ਮਾਤ ਲੋਕ ਦੇ ਵਿੱਚ, ਭਾਵ ਕਿ ਧਰਤੀ ਤੇ ਤਾਂ ਸੰਗਤਾਂ ਦੇ ਵਿੱਚ ਬੈਰਾਗ ਦੀ ਬਿਰਤੀ ਪੈਦਾ ਹੋ ਗਈ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਪਰ ਦੇਵ ਲੋਕ ਦੇ ਵਿੱਚ ਜੈ ਜੈਕਾਰ ਹੋਣ ਲੱਗ ਪਈ। ਆਦ ਉਤਸਵ ਕੇ ਗੀਤਨ ਗਾਵੈ, ਬਾਦਤ ਤਾਲ ਮਿਲਾਏ ਬਜਾਵੈ। ਕਵੀ ਜੀ ਹੁਣ ਆਪਣੀ ਕਲਪਨਾ ਦੇ ਸਹਾਰੇ ਇਹ ਬਚਨ ਕਹਿ ਰਹੇ ਨੇ ਕਿ ਉਧਰ ਦੇਵਤਿਆਂ ਦੇ ਘਰ ਵਿੱਚ ਬੜੀ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਾਤ ਲੋਕ ਤੋਂ ਵਾਪਸ ਆਏ ਨੇ, ਇਸ ਕਰਕੇ ਜਿਹੜੇ ਦੇਵਤੇ ਨੇ ਉਹ ਬੜੇ ਖੁਸ਼ ਨੇ ਤੇ ਬੜੇ ਆਨੰਦ ਵਿੱਚ ਗੀਤ ਗਾ ਰਹੇ ਨੇ। ਜਗਤ ਦੇ ਵਿੱਚ, ਇਸ ਸੰਸਾਰ ਵਿੱਚ ਬੈਰਾਗਮਈ ਅਵਸਥਾ ਛਾ ਗਈ ਹੈ, ਪਰ ਇੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਉਣਾ ਸੁਣ ਕੇ ਪਰਲੋਕ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਭੀਰ ਅਦਕ ਜਾਵਨ ਮਗ ਮਾਹੀ, ਦੋਸਤਰ ਹਵੈ ਪਹੁੰਚੇ ਪ੍ਰਭ ਪਾਹੀ। ਗੁਰੂ ਸਾਹਿਬ ਜੀ ਦੇ ਜਦੋਂ ਤੱਕ ਪੁੱਤਰ ਦੋਵੇਂ ਪਹੁੰਚੇ ਨੇ, ਉਦੋਂ ਤੱਕ ਕਾਫੀ ਜ਼ਿਆਦਾ ਰੌਲਾ ਪੈ ਚੁੱਕਾ ਸੀ। ਰੌਲਾ ਇਹ ਪੈ ਰਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਨੇ। ਬੜੀ ਭੀੜ ਸੀ, ਬੜਾ ਸੰਗਤਾਂ ਦਾ ਇਕੱਠ ਸੀ, ਤੇ ਜਿੱਥੇ ਬਹੁਤ ਭੀੜ ਹੋਵੇ ਉੱਥੋਂ ਵਿਚਕਾਰ ਦੀ ਰਸਤਾ ਬਣਾ ਕੇ ਲੰਘਣਾ ਬੜਾ ਔਖਾ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਪੁੱਤਰ ਗੁਰੂ ਸਾਹਿਬ ਜੀ ਤੱਕ ਪਹੁੰਚਣਾ ਚਾਹੁੰਦੇ ਨੇ, ਪਰ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਹੈ, ਰਸਤਾ ਹੀ ਨਹੀਂ ਕਿਸੇ ਪਾਸੇ ਦੀ ਲੰਘਣ ਵਾਸਤੇ। ਉਹਨਾਂ ਬੜੀ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ, ਪਰ ਉਸ ਵੇਲੇ ਅਵਸਥਾ ਹੀ ਐਸੀ ਬਣੀ ਸੀ ਸੰਗਤਾਂ ਦੀ, ਕਿਸੇ ਪਾਸਿਓਂ ਰਾਹ ਨਹੀਂ ਕੋਈ ਮਿਲ ਰਿਹਾ। ਬੜੀ ਮੁਸ਼ਕਲ ਦੇ ਨਾਲ ਭੀੜ ਦੇ ਵਿੱਚੋਂ, ਇਕੱਠ ਦੇ ਵਿੱਚੋਂ ਨਿਕਲ ਕਰਕੇ ਦੋਵੇਂ ਪੁੱਤਰ ਬਾਬਾ ਲਖਮੀ ਦਾਸ ਤੇ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੱਕ ਪਹੁੰਚੇ ਨੇ। ਦੇਖ ਸੁਲੱਖਣੀ ਸੁਤ ਸੋ ਭਾਖੀ, ਪੂਰਵ ਕਿਉਂ ਨਾ ਆਏ ਅਸਕਾਂਖੀ। ਮਾਤਾ ਸੁਲੱਖਣੀ ਜੀ ਨੇ ਜਦੋਂ ਵੇਖਿਆ ਕਿ ਦੋਵੇਂ ਪੁੱਤਰ ਕਿੰਨੇ ਸਮੇਂ ਤੋਂ ਬਾਅਦ ਪਹੁੰਚੇ ਨੇ, ਤਾਂ ਮਾਤਾ ਸੁਲੱਖਣੀ ਜੀ ਨੇ ਦੋਵਾਂ ਨੂੰ ਦੇਖ ਕੇ ਕਿਹਾ, ਪਹਿਲਾਂ ਕਿਉਂ ਨਹੀਂ ਤੁਸੀਂ ਆਏ? ਤੁਹਾਨੂੰ ਦੋ ਸੁਨੇਹੇ ਘੱਲਿਆ ਹੈ, ਰਹੇ ਬੁਲਾਏ ਪੱਠੇ ਦਵੇ ਵਾਰੀ, ਆਏ ਨਹੀਂ ਨਾਨੀਕ ਵਿਚਾਰੀ। ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਤੁਹਾਨੂੰ ਗੁਰੂ ਪਿਤਾ ਜੀ ਨੇ 2 ਵਾਰੀ ਸੇਵਕ ਭੇਜ ਕੇ ਬੁਲਾਇਆ, ਤੁਸੀਂ ਪਹਿਲਾਂ ਕਿਉਂ ਨਹੀਂ ਆਏ? ਇਹ ਤੁਹਾਡੇ ਵਾਸਤੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਪਿੱਛੇ ਆਏ ਰਹੋ ਪਛਤਾਏ, ਅਬ ਤੋਂ ਗਏ ਸਮਾਏ ਗੁਸਾਈ। ਮਾਤਾ ਸੁਲੱਖਣੀ ਜੀ ਕਹਿੰਦੇ ਨੇ, ਹੁਣ ਕੀ ਕਰਨ ਵਾਸਤੇ ਆ ਗਏ? ਹੁਣ ਤਾਂ ਗੁਰੂ ਜੀ ਸਮਾ ਗਏ ਹਨ, ਜੋਤੀ ਜੋਤ ਸਮਾ ਗਏ ਨੇ। ਹੁਣ ਤੁਸੀਂ ਦੁਬਾਰਾ ਵਾਪਸ ਪਰਤ ਕੇ ਕਦੇ ਪਿਤਾ ਜੀ ਨੂੰ ਮਿਲ ਨਹੀਂ ਪਾਓਗੇ। ਜਦੋਂ ਤੁਹਾਡੇ ਕੋਲੇ ਸਮਾਂ ਸੀ, ਤੁਹਾਨੂੰ 2 ਸੁਨੇਹੇ ਵੀ ਗੁਰੂ ਸਾਹਿਬ ਨੇ ਘੱਲੇ ਤੇ ਤੁਸੀਂ ਉਦੋਂ ਚੱਲ ਕੇ ਨਹੀਂ ਆਏ। ਹੁਣ ਆਏ ਹੋ ਤੇ ਹੁਣ ਸਮਾਂ ਹੱਥੋਂ ਨਿਕਲ ਗਿਆ ਹੈ। ਸ੍ਰੀ ਚੰਦ ਸੁਣ ਲਖਮੀ ਦਾਸ, ਵਿਸਮੇ ਹਵੇ ਪੈ ਦਰਸ ਨਿਰਾਸ। ਜਦੋਂ ਮਾਤਾ ਜੀਆਂ ਦੇ ਬਚਨ, ਮਾਤਾ ਸੁਲੱਖਣੀ ਜੀ ਦੇ ਬਚਨ
बाबा श्री चंद ते लक्ष्मी दास जी ने सुने, बड़े निराश हो गए, क्योंकि पिता का जाना जीवन विचों बहुत वड्डा दुखदाई है। दोबारा माता पिता जो एक बारी हाथ विचों चले जान, वापस कदे परत के नहीं मिलते। आपनो दोष जान पछताए, कब संतोख सिंह सरदा पाए। कवि जी कहते ने हुण अपना कसूर जान के बड़े पछता रहे ने कि असीं गुरु साहब के वचन मन लेंदे तां चंगा हुंदा, गुरु साहब के गुरु पिता जी के दर्शन हो जाते। हुण गुरु साहब के वचन असीं नहीं मन्ने, हंकार करके माण करके गुरु पिता नूं कल्ला पिता जान के रह गए ते उन्हां दी जोत नूं समझ नहीं सके। हुण मन च पछतावा ही रह गया, होर कुछ पल्ले नहीं पिया। क्योंकि सियाणे कहंदे ने, अब पछताए क्या होत है जब चिड़िया चुग गई खेत। जदों समा हथों लंघ जावे उदों केवल ते केवल बंदे दे पल्ले पछतावा रह जांदा है, होर कुछ नहीं रहिंदा। इस करके समय की संभाल करनी बड़ी जरूरी है। गुरु ने बाणी च बचन भी कहने, बखत विचारे सो बंदा होए। जिहड़ा बखत की विचार करता है, समय की विचार करता है, उही बंदा है भाई। हुण इन्हां ने समा रहिंदिआं गुरु साहब जी के बचन नहीं मन्ने। उदों तां पहलां बाबा श्री चंद जी होरां ने कहा, कहंदे गुरु साहब तां इस तरह के बचन कहंदे ही रहिंदे ने, माण विच इस तरह बोले सन, पर हुण पछतावा हो रहा है। दोहरा दीपक सतगुर शब्द कर, सदन हृदय में बार। तम ज्ञान निवार कै सारे असार विचार। कवि जी अगले प्रसंग की आरंभता तो पहला मंगलाचरण उचारण कर रहे ने। कहते सतगुरु के शब्द नूं दीवा बना के अपने हिरदे रूपी घर विच बाल लईए। हिरदे विच ज्ञान का दीवा बालीए ते होवेगा कि अज्ञानता रूपी हनेरा इस दीवे के चानण नाल मिट जाएगा। सच ते झूठ की विचार का पता लग जाएगा। दोहरा श्री चंद तव लक्ष्मी दास, पिते आगे कीनी अरदास। गुरु साहब जी अपने तन उत्ते वस्त्र लैके लेट चुके ने। संगतां विच रौला पै गया, गुरु साहब जी तां समा गए, ज्योति जो समा गए। बाबा श्री चंद ते लक्ष्मी दास ने हुण पिता जी दे अगे खड़े होके अरदास कीती। हाथ बंद दोनों हवे ठांडे, हिरदे में सरदा अत बांडे। क्योंकि कीमती चीज़ों का गवाचण तो बाद असली मुल पता लगता है। हुण पता लग गया, सामने वरतारा वरत गया कि पिता जी नूं तां असीं वापस कदे मिल नहीं सकांगे। जिहड़े गुस्से होए आ जां मन विच किसी तरह के भेदभाव बने हुए सन, वो किहदे नाल हुण वंडावांगे जां गुस्से किहदे नाल होवांगे। पिता जी तां रहे ही नहीं संसार ते। मन विच बड़ा पछतावा होया ते हुण जुड़ के सरधा धारण करके अरदास कर रहे ने हाथ जोड़ के। हे जगतेश सर्व सुखदाई, हे सर्वज्ञ सर्व गुण खानी। बेनती करते ने दोवें पुत्र, हे जगत दे मालक सारिਆਂ ਨੂੰ सुख देने वाले पूर्ण गुणा दी खान। सब विद पूर्ण हो समर्था, हराउर के गुण कह कथा। हे जगत दे मालक जीओ, तुसीं सब पासिਆਂ तो समर्थ हो, तुहाडे गुण कथे नहीं जा सकते। अपर नरन से तुमको मानत, जग करता है भेद ना जानत। दोवें पुत्र हुण हथ जोड़ के बेनती करते ने, पिता जी असीं तुहानू आम मनुखां वारा ही समझते रहे, तुहानू आम मनुख ही समझते रहे। तुसीं जगत दे मालक हो, इस गल दे भेद नूं असीं नहीं जान सके। असीं तां इह जाणिया कि चलो साडे पिता जी भी ने, गुरु करके मन्निया ही नहीं, रब दी जोत करके कदे जाणिया ही नहीं। अवे प्रतीत तुम्हारी आई, त्रैलोकी पत संकन राई। पर महाराज जी पिता जी हुण तुसीं साडे कोलों दूर चले गए हो, ते तुहाडे जाण तो बाद सानू महसूस होया, यकीन होया कि तुसीं तां तिन्नां लोकां दे मालक हो। इन्नियां संगतां उत्थे पहुंचियां होईयां सन, सारे कासे नूं वेख के अज अखां खुलीआं, अज उस भुलेखे विचों बाहर निकले ने।
ਹੁਣ ਹੱਥ ਜੋੜ ਕੇ ਕਹਿੰਦੇ ਨੇ ਅਸੀਂ ਭੁੱਲੇ ਹੀ ਰਹੇ, ਤੁਹਾਡੇ ਰੂਪ ਨੂੰ ਅਸੀਂ ਜਾਣਿਆ ਹੀ ਨਹੀਂ, ਪਰ ਹੁਣ ਸਾਡੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਸ਼ੰਕਾ ਨਹੀਂ ਰਿਹਾ। ਸਾਨੂੰ ਪਤਾ ਲੱਗ ਗਿਆ ਤੁਸੀਂ ਬਹੁਤ ਵੱਡੀ ਕਰਨੀ ਦੇ ਮਾਲਕ ਹੋ। ਬਿਨਾ ਮਿਲੇ ਅਵ ਆਪ ਸਮਾਏ, ਹਮ ਰਹਿ ਗਏ ਹਿਰਦੇ ਪਛਤਾਏ। ਪਿਤਾ ਜੀਓ, ਤੁਹਾਡੇ ਮਿਲਣ ਤੋਂ ਬਿਨਾਂ ਹੀ ਤੁਸੀਂ ਸਾਨੂੰ ਮਿਲਣ ਤੋਂ ਬਿਨਾਂ ਹੀ ਸਮਾ ਗਏ, ਚਲੇ ਗਏ ਸੰਸਾਰ ਤੋਂ। ਸਾਡੇ ਮਨਾਂ ਵਿੱਚ, ਸਾਡੇ ਦਿਲਾਂ ਵਿੱਚ ਪਛਤਾਵਾ ਹੀ ਰਹਿ ਗਿਆ, ਹੋਰ ਕੋਈ ਸਾਡੇ ਪੱਲੇ ਨਹੀਂ ਬਚਿਆ। ਆਵੇ ਬਦੀ ਅਵੇ ਲਾਖ ਵਿਸਾਲਾ, ਦਰਸੇ ਆਪ ਕਾ ਕਰਨ ਕਿਰਪਾਲਾ। ਪਿਤਾ ਜੀ, ਅਸੀਂ ਪਹਿਲਾਂ ਤਾਂ ਤੁਹਾਨੂੰ ਆਮ ਜੇ ਮਨੁੱਖ ਕਰਕੇ ਜਾਣਿਆ ਸੀ, ਪਰ ਹੁਣ ਸਾਡੀ ਅਭਿਲਾਖਾ ਤੁਹਾਡੇ ਦਰਸ਼ਨਾਂ ਦੀ ਬੜੀ ਵੱਧ ਗਈ ਹੈ। ਕਿਸੇ ਤਰੀਕੇ ਇੱਕ ਵਾਰੀ ਦਰਸ਼ਨ ਦੇ ਦਿਓ। ਸੁਣ ਕੈ ਵਿਨੈ ਪ੍ਰਸੀਦੋ ਤਾਤਾ, ਛਿਮਾ ਕਰੋ ਭੂਲੇ ਪਛਚਾਤਾ। ਦੋਵੇਂ ਪੁੱਤਰ ਹੁਣ ਬੇਨਤੀ ਕਰਦੇ ਨੇ। ਕਹਿੰਦੇ ਪੁੱਤਰਾਂ ਦੀ ਬੇਨਤੀ ਸੁਣ ਕੇ ਪਿਤਾ ਜੀਓ, ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਮਾਫ ਕਰ ਦਿਓ, ਅਸੀਂ ਭੁੱਲੇ ਹੋਏ ਸਾਂ, ਅਸੀਂ ਬੜਾ ਪਛਤਾ ਰਹੇ ਹਾਂ ਆਪਣੀਆਂ ਗਲਤੀਆਂ ਤੇ। ਤੁਮ ਕੋ ਸ੍ਰੀ ਕਰਤਾਰ ਦੁਹਾਈ, ਬੋਲੇ ਮਿਲੇ ਬਿਨਾ ਜੇ ਜਾਈ। ਪਿਤਾ ਜੀ, ਤੁਹਾਨੂੰ ਕਰਤਾਰ ਦੀ ਦੁਹਾਈ ਹੈ। ਕਰਤਾਰ ਦੀ ਦੁਹਾਈ ਦੇ ਕੇ ਕਹਿੰਦੇ ਆ, ਕਿਰਪਾ ਕਰੋ ਸਾਡੇ ਨਾਲ ਬਚਨ ਕਰੋ, ਸਾਨੂੰ ਦਰਸ਼ਨ ਦਿਓ, ਬਿਨਾ ਮਿਲੇ ਨਾ ਸਾਨੂੰ ਜਾਣਾ ਕਰੋ, ਤੁਹਾਨੂੰ ਕਰਤਾਰ ਦੀ ਦੁਹਾਈ ਹੈ। ਪੂਰਬ ਜਿਉ ਦਵੇ ਘਟਕਾਇਆ ਔਰੀ, ਹਮ ਸੋ ਬੋਲੋ ਮਿਲੋ ਬਹੋਰੀ। ਕਹਿੰਦੇ 2 ਘੜੀਆਂ ਪਹਿਲਾਂ ਤੁਸੀਂ ਸਾਨੂੰ ਬੁਲਾਇਆ ਸੀ, ਕਿਰਪਾ ਕਰੋ ਸਾਨੂੰ ਤੁਰੰਤ ਦਰਸ਼ਨ ਦੇ ਦਿਓ, ਸਾਡੇ ਹਿਰਦੇ ਦੀ ਅਭਿਲਾਖਾ ਪੂਰੀ ਕਰ ਦਿਓ, ਨਹੀਂ ਤਾਂ ਸਾਰੀ ਜ਼ਿੰਦਗੀ ਮਨ ਵਿੱਚ ਬਹੁਤ ਵੱਡਾ ਪਛਤਾਵਾ ਰਹੇਗਾ। ਆਸ ਅਰਦਾਸ ਕੀਨ ਜਬ ਦੋਈ, ਚੌਦਿਸ ਭੀਰ ਅਦਕ ਤਬ ਹੋਈ। ਦੋਵੇਂ ਪੁੱਤਰ ਹੁਣ ਅਰਦਾਸ ਕਰ ਰਹੇ ਨੇ। ਆਸੇ ਪਾਸੇ ਸੰਗਤਾਂ ਦੀ ਬੇਅੰਤ ਭੀੜ ਹੈ, ਬੜਾ ਵੱਡਾ ਇਕੱਠ ਹੈ ਸੰਗਤਾਂ ਦਾ। ਇਹ ਸੁਲਖਣੇ ਚਰਨਨ ਪਾਸੂ, ਲੋਚਣ ਤੇ ਗੇਰਤ ਬਹੁ ਆਸੂ। ਮਾਤਾ ਸੁਲਖਣੀ ਜੀ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਵਾਲੇ ਪਾਸੇ ਬੈਠੇ ਨੇ, ਅੱਖਾਂ ਵਿੱਚੋਂ ਨੀਰ ਵਹਿ ਰਿਹਾ ਹੈ। ਭੂਪਤ ਸਾਹਿਬ ਰਿਪ ਸਿੱਖ ਬ੍ਰਿੰਦਾ, ਸਤਨਾਮ ਸਿਮਰੈ ਸੁਖ ਕੰਦਾ। ਕਈ ਰਾਜੇ, ਕਈ ਸਾਹ, ਕਈ ਬ੍ਰਾਹਮਣ, ਕਈ ਸਿੱਖ, ਬੇਅੰਤ ਸੰਗਤਾਂ ਸਤਨਾਮ ਦਾ ਸਿਮਰਨ ਕਰ ਰਹੇ ਨੇ। ਸਤਨਾਮ ਦੇ ਸਿਮਰਨ ਦੀ ਧੁਨੀ ਸੁਣਾਈ ਦੇ ਰਹੀ ਹੈ। ਠਾਂਡੇ ਬੰਦੇ ਹਾਥ ਸਮੀਪਾ, ਸੁਣੇ ਬਿਨੈ ਬੇਦੀ ਕੁਲ ਦੀਪਾ। ਸਾਰੀ ਸੰਗਤ ਹੱਥ ਜੋੜ ਕੇ ਖੜੀ ਹੈ, ਪੁੱਤਰ ਵੀ ਹੱਥ ਜੋੜ ਕੇ ਖੜੇ ਨੇ, ਅੱਖਾਂ ਵਿੱਚੋਂ ਨੀਰ ਵਹਿ ਰਿਹਾ ਹੈ। ਸਤਿਗੁਰਾਂ ਨੇ ਆਪਣੇ ਪੁੱਤਰਾਂ ਦੀ ਬੇਨਤੀ ਨੂੰ ਸੁਣਿਆ। ਤਾਤਨ ਸੋ ਬੋਲਣ ਕੇ ਕਾਰਨ, ਉਠ ਬੈਠੇ ਤਬ ਨਰਕ ਨਿਵਾਰਨ। ਹੁਣ ਪੁੱਤਰਾਂ ਨੇ ਕਿਉਂਕਿ ਰੱਬ ਦੇ ਨਾਮ ਦੀ ਦੁਹਾਈ ਦਿੱਤੀ ਹੈ, ਕਹਿੰਦੇ ਤੁਹਾਨੂੰ ਕਰਤਾਰ ਦੀ ਦੁਹਾਈ ਹੈ, ਕਿਰਪਾ ਕਰੋ ਦਰਸ਼ਨ ਦਿਓ, ਇੱਕ ਵਾਰੀ ਸਾਡੇ ਨਾਲ ਬਚਨ ਵਿਲਾਸਤਾ ਕਰ ਲਵੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਸੁਣ ਕੇ ਉੱਠ ਕੇ ਬੈਠ ਗਏ। ਅਰਣ ਪ੍ਰਫੁੱਲਿਤ ਕਮਲ ਵਿਸਾਲਾ, ਬਦਨ ਸੁਹਾਵਤ ਆਸ ਤੇ ਕਾਲਾ। ਸਤਿਗੁਰੂ ਜੀ ਦਾ ਨੂਰਾਨੀ ਚਿਹਰੇ ਦੇ ਦਰਸ਼ਨ ਹੋਣ ਲੱਗੇ ਨੇ, ਮੁਖੜਾ ਬੜੀ ਸੋਭਾ ਪਾ ਰਿਹਾ ਹੈ। ਦੇਖ ਚੰਬ ਪਏ ਨਰ ਨਾਰੀ, ਚੌ ਦਿਸ ਜੈ ਜੈਕਾਰ ਉਚਾਰੀ। ਹੁਣ ਸੰਗਤਾਂ ਤਾਂ ਪਹਿਲਾਂ ਜਦੋਂ ਸਤਿਗੁਰੂ ਜੀ ਵਸਤਰ ਲੈ ਕੇ ਲੇਟ ਗਏ ਸਨ, ਸੰਗਤਾਂ ਨੇ ਸੋਚਿਆ ਸਤਿਗੁਰੂ ਜੀ ਸਮਾ ਗਏ ਨੇ, ਪਰ ਜਿਸ ਵੇਲੇ ਸਤਿਗੁਰੂ ਜੀ ਉੱਠ ਕੇ ਬੈਠੇ ਨੇ ਤਾਂ ਸਾਰੇ ਨਰ ਨਾਰੀ ਹੈਰਾਨ ਰਹਿ ਗਏ, ਜੈ ਜੈਕਾਰ ਕਰਨ ਲੱਗ ਪਏ। ਠਾਂਡੇ ਦਵੇ ਤਾਤਨ ਕੋ ਦੇਖਾ, ਬੋਲੇ ਗੁਰ ਕਰ ਕਿਰਪਾ ਵਸੇਖਾ। ਸਾਹਮਣੇ ਪੁੱਤਰ ਦੋਵੇਂ ਹੱਥ ਜੋੜ ਕੇ ਖੜੇ ਨੇ। ਦੋਵੇਂ ਪੁੱਤਰਾਂ ਨੂੰ ਖੜਿਆਂ ਵੇਖ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਜਾਚਤ ਜੇ ਜੀਵਨ ਬਹੁ ਮੇਰਾ, ਸੋ ਪਾਵਤ ਅਬ ਹੁਤੀ ਨਾ ਦੇਰਾ।
ਮਹਾਰਾਜ ਕਹਿੰਦੇ ਜਿਵੇਂ ਤੁਸੀਂ ਅੱਜ ਪ੍ਰੇਮ ਨਾਲ ਅਰਦਾਸ ਕੀਤੀ ਹੈ ਨਾ ਜੁੜ ਕੇ, ਕਿਉਂਕਿ ਅੱਜ ਤੱਕ ਕਦੇ ਇੰਨੇ ਪ੍ਰੇਮ ਦੇ ਨਾਲ ਉਹਨਾਂ ਨੇ ਗੁਰੂ ਸਾਹਿਬ ਨੂੰ ਬਚਨ ਹੀ ਨਹੀਂ ਸੀ ਕੀਤੇ, ਸਰਦਾ ਹੀ ਨਹੀਂ ਸੀ ਰੱਖੀ ਮਨ ਵਿੱਚ। ਪਰ ਅੱਜ ਅਖੀਰਲੇ ਸਮੇਂ ਜਦੋਂ ਦਰਸ਼ਨ ਨਾ ਹੋਏ, ਅੱਜ ਮਨ ਟਿਕਿਆ, ਸਰਦਾ ਵਧੀ, ਤੇ ਸਤਿਗੁਰੂ ਕਹਿੰਦੇ ਜਿਵੇਂ ਭਾਈ ਅੱਜ ਤੁਸੀਂ ਪ੍ਰੇਮ ਦੇ ਨਾਲ ਅਰਦਾਸ ਕੀਤੀ ਸੀ, ਜੇ ਅੱਜ ਮੇਰੀ ਜ਼ਿੰਦਗੀ ਵੀ ਮੰਗ ਲੈਂਦੇ ਦੁਬਾਰਾ ਤੁਹਾਨੂੰ ਮਿਲ ਜਾਣੀ ਸੀ। ਜੇ ਅੱਜ ਜ਼ਿੰਦਗੀ ਮੰਗ ਲੈਂਦੇ ਸਾਡੇ ਵਾਸਤੇ ਤਾਂ ਜ਼ਿੰਦਗੀ ਵੀ ਮਿਲ ਜਾਣੀ ਸੀ, ਜਿੰਨੇ ਪ੍ਰੇਮ ਨਾਲ ਤੁਸੀਂ ਅਰਦਾਸ ਕੀਤੀ ਸੀ। ਪਰ ਤੁਸੀਂ ਮੰਗਿਆ ਕੀ ਹੈ? ਦਵੇ ਘਟਕਾ ਜਾਚੀ ਤੁਮ ਜੋਏ, ਨਹਿ ਅਧੀਨ ਤੁਮਰੇ ਕਛ ਸੋਏ। ਮਹਾਰਾਜ ਕਹਿੰਦੇ ਪਰ ਤੁਸੀਂ 2 ਘੜੀਆਂ ਦਾ ਸਮਾਂ ਹੀ ਮੰਗਿਆ ਸਾਡੇ ਕੋਲੋਂ, ਤੇ ਸਤਿਗੁਰੂ ਕਹਿੰਦੇ ਤੁਹਾਡੇ ਵੀ ਵਸ ਨਹੀਂ, ਇਹ ਰੱਬੀ ਖੇਡ ਹੀ ਹੈ। 2 ਘੜੀਆਂ ਦਾ ਸਮਾਂ ਤੁਹਾਨੂੰ ਮਿਲਿਆ। ਨਿਰੰਕਾਰ ਭਾਵੀ ਜੋ ਆਹੀ, ਸੋਈ ਹੋਤ ਮਿਟੇ ਕਵ ਨਾਹੀ। ਮਹਾਰਾਜ ਕਹਿੰਦੇ ਸੱਚ ਹੈ, ਜੋ ਨਿਰੰਕਾਰ ਨੂੰ ਭਾਉਂਦਾ ਉਹੀ ਹੋਣਾ ਹੈ, ਰੱਬ ਦਾ ਲਿਖਿਆ ਨਹੀਂ ਮਿਟ ਸਕਦਾ। ਇਸ ਕਰਕੇ ਤੁਸੀਂ 2 ਘੜੀਆਂ ਦਾ ਸਮਾਂ ਹੀ ਮੰਗਿਆ ਸਾਡੇ ਕੋਲੋਂ। ਅਬ ਜੋ ਹੈ ਤੁਮਰੇ ਮਨ ਮਾਹੀ, ਕਰੋ ਪ੍ਰਤੱਖ ਹਮਾਰੇ ਪਾਹੀ। ਮਹਾਰਾਜ ਕਹਿਣ ਲੱਗੇ ਚਲੋ ਪੁੱਤਰੋ ਦੱਸੋ ਤੁਹਾਡੇ ਮਨ ਵਿੱਚ ਜੋ ਵੀ ਕੋਈ ਬਚਨ ਹੈ, ਕੋਈ ਇੱਛਾ ਹੈ, ਆਪਣੇ ਹਿਰਦੇ ਦੀ ਇੱਛਾ ਸਾਂਝੀ ਕਰ ਲਵੋ, ਤੁਹਾਡੇ ਮਨ ਵਿੱਚ ਕੋਈ ਗੱਲ ਬਾਕੀ ਨਾ ਰਹਿ ਜਾਵੇ। ਪੂਰਵ ਰਹੇ ਬੁਲਾਏ ਨਾਏ, ਕਰੀ ਬਾਤ ਆਪਨ ਮਨ ਭਾਏ। ਮਹਾਰਾਜ ਕਹਿੰਦੇ ਅਸੀਂ ਭਾਈ ਤੁਹਾਨੂੰ ਪਹਿਲਾਂ ਵੀ ਬੁਲਾਉਂਦੇ ਰਹੇ ਆ, ਪਰ ਤੁਸੀਂ ਸਾਡੇ ਬਚਨ ਮੰਨ ਕੇ ਨਹੀਂ ਸੀ ਆਏ, ਆਪਣੇ ਮਨ ਭਾਉਂਦੀਆਂ ਗੱਲਾਂ ਕਰ ਰਹੇ ਸੀ। ਤੇ ਛਿਨ ਸ੍ਰੀ ਚੰਦ ਕਰ ਬੰਦੇ, ਬੋਲਿਓ ਬਚਨ ਸੁਣੋ ਸੁਖ ਕੰਦੇ। ਉਸ ਵੇਲੇ ਬਾਬਾ ਸ਼੍ਰੀ ਚੰਦ ਨੇ ਹੱਥ ਜੋੜ ਕੇ ਕਿਹਾ, हे ਸੁੱਖਾਂ ਦੇ ਦਾਤੇ, हे ਗੁਰੂ ਪਿਤਾ ਜੀ, ਮੇਰੀ ਬੇਨਤੀ ਸੁਣੋ। ਤੁਮ ਅੰਤਰ ਜਾਮੀ ਸਭ ਜਾਣੋ, ਬਿਨਾ ਕਹੇ ਤੇ ਭੇਵ ਪਛਾਣੋ। ਪਿਤਾ ਜੀ, ਆਪ ਜੀ ਅੰਤਰਜਾਮੀ ਹੋ, ਸਾਰਾ ਕੁਝ ਜਾਣਦੇ ਹੋ, ਬਿਨਾਂ ਕਿਹਾ ਹੀ ਜੇ ਅਸੀਂ ਕੁਝ ਨਾ ਵੀ ਕਹੀਏ ਤਾਂ ਵੀ ਤੁਹਾਨੂੰ ਸਭ ਕੁਝ ਪਤਾ ਹੈ, ਹਿਰਦੇ ਦੀ ਜਾਣਨ ਵਾਲੇ ਹੋ। ਪੁੱਛੋ ਤਦ ਪੇ ਕਰੋ ਚਾਰੀ, ਪਿਤਾ ਵਸਤ ਕੇ ਸੋ ਤਦਕਾਰੀ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਪਰ ਤੁਸੀਂ ਜਾਣਦੇ ਤਾਂ ਸਾਰਾ ਕੁਝ ਹੀ ਹੋ, ਪਰ ਚਲੋ ਜੇ ਸਾਡੇ ਕੋਲੋਂ ਕੁਝ ਪੁੱਛਣਾ ਕੀਤਾ ਹੈ ਤਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸੰਸਾਰ ਦੀ ਰੀਤ ਇਹ ਹੈ ਕਿ ਪਿਤਾ ਦੀ ਵਸਤੂ ਦੇ ਹੱਕਦਾਰ ਪੁੱਤਰ ਹੁੰਦੇ ਨੇ। ਜੋ ਵੀ ਪਿਤਾ ਦੇ ਪਾਸ ਹੋਵੇ ਉਹ ਆਪਣੇ ਪੁੱਤਰਾਂ ਨੂੰ ਦੇ ਕੇ ਜਾਂਦਾ ਹੈ ਜਾਂ ਪੁੱਤਰਾਂ ਨੂੰ ਮਿਲਿਆ ਕਰਦਾ ਹੈ। ਹਮ ਕੋ ਛੂਛਾ 100 ਰੁਪਏ ਆਨੇ, ਥਾਪਿਓ ਲੈਣਾ ਅਪਰ ਸਥਾਨੇ। ਪਿਤਾ ਜੀ ਸਾਨੂੰ ਇਸ ਗੱਲ ਦਾ ਗੁੱਸਾ ਸੀ, ਇਸ ਕਰਕੇ ਅਸੀਂ ਤੁਹਾਡੇ ਵਚਨ ਨਹੀਂ ਸੀ ਮੰਨ ਰਹੇ, ਕਿਉਂਕਿ ਪਿਤਾ ਜੀ ਤੁਸੀਂ ਸਾਨੂੰ ਤਾਂ ਖਾਲੀ ਛੱਡ ਕੇ ਜਾ ਰਹੇ ਹੋ, ਤੇ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਸਾਰੀ ਜ਼ਿੰਮੇਵਾਰੀ ਤੁਸੀਂ ਦੇ ਦਿੱਤੀ, ਆਪਣੇ ਸਥਾਨ ਤੇ ਬਿਠਾ ਦਿੱਤਾ ਹੈ। ਕਲਾ ਵਿਸਾਲੇ ਤੇ ਤਜ ਖਾਲੀ, ਕਰੇ ਆਪਸ ਮੰਜਸ ਚਾਲੀ। ਪਿਤਾ ਜੀ ਆਪਣੀ ਏਡੀ ਵੱਡੀ ਕਰਾਮਾਤ ਤੋਂ ਸਾਨੂੰ ਖਾਲੀ ਛੱਡ ਦਿੱਤਾ। ਆਪ ਜੀ ਨੇ ਇੱਕ ਐਸੀ ਰੀਤ ਬਣਾ ਲਈ ਹੈ, ਪਿਤਾ ਜੀ ਸਾਨੂੰ ਕੁਝ ਵੀ ਨਹੀਂ ਦੇ ਕੇ ਜਾ ਰਹੇ, ਸਾਰਾ ਕੁਝ ਆਪਣੇ ਸੇਵਕ ਨੂੰ ਤੁਸੀਂ ਸੌਂਪ ਦਿੱਤਾ ਹੈ। ਦਈ ਅਪਰ ਕੋ ਸਰਬ ਵਡਾਈ, ਤੁਮਰੇ ਸੁਤ ਕਿਆ ਜਗ ਮੈਂ ਪਾਈ। ਪਿਤਾ ਜੀ ਉਹ ਆਪਣੀ ਸਾਰੀ ਵਡਿਆਈ ਕਿਸੇ ਹੋਰ ਨੂੰ ਦੇ ਦਿੱਤੀ ਹੈ, ਤੁਹਾਡੇ ਪੁੱਤਰ ਜੱਗ ਵਿੱਚ ਕੀ ਪਾਉਣਗੇ, ਕੀ ਮਿਲੇਗਾ ਤੁਹਾਡੇ ਪੁੱਤਰਾਂ ਨੂੰ। ਦੋਹਰਾ ਬਚਨ ਸੁਣੇ ਨਿਜ ਸੁਤਨ ਕੇ, ਸ੍ਰੀ ਨਾਨਕ ਗਤ ਦਾਏ। ਸਭ ਕੇ ਸੁਣਤ ਸਲੋਕ ਇੱਕ, ਉਚਰਿਓ ਬਦਨ ਬਣਾਏ। ਹੁਣ ਜਿਸ ਵੇਲੇ ਅੰਤਲੇ ਸਮੇਂ ਪੁੱਤਰਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਖਾਲੀ ਛੱਡ ਕੇ ਜਾ ਰਹੇ ਹੋ ਤੇ ਸਾਰਾ ਕੁਝ ਤਾਂ ਭਾਈ ਲਹਿਣਾ ਜੀ ਨੂੰ ਦੇ ਚੱਲੇ ਹੋ, ਸਾਡਾ ਸੰਸਾਰ ਤੇ ਕੀ ਬਣੇਗਾ। ਆਪਣੇ ਪੁੱਤਰਾਂ ਦੇ ਬਚਨ ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਕਤੀ ਦੇ ਦਾਤੇ ਸਤਿਗੁਰੂ ਨੇ ਸਾਰੀਆਂ ਸੰਗਤਾਂ ਨੂੰ ਸੁਣਾਉਂਦਿਆਂ ਹੋਇਆਂ ਆਪਣੇ ਮੁਖ ਤੋਂ ਗੁਰਬਾਣੀ ਦਾ ਇੱਕ ਸ਼ਲੋਕ ਉਚਾਰਨ ਕੀਤਾ ਹੈ। ਮਹੱਲਾ ਪਹਿਲਾ।
लख नेकिया चंगियाइया लख पुन्ना परवान, लख तप उपर तीरथा सहज जोग बेबान। ਸਾਹਿਬ ਨੇ ਬਚਨ ਕੀਤੇ, ਲੱਖਾਂ ਹੀ ਨੇਕੀਆਂ ਤੇ ਚੰਗਿਆਈਆਂ ਨੇ, ਲੱਖਾਂ ਹੀ ਪੁੰਨ ਤੇ ਦਾਨ ਨੇ, ਤੀਰਥ ਸਥਾਨਾਂ ਤੇ ਲੱਖਾਂ ਹੀ ਜਪ ਤਪਾਂ ਦੇ ਸਥਾਨ ਨੇ। लख सूरतन संग्राम रण में छुटे प्राण, लख सुरती लख ज्ञान ध्यान पढ़िए पाठ पुराण। ਸਾਹਿਬ ਕਹਿੰਦੇ ਬੀਆਵਾਨ ਜੰਗਲਾਂ ਦੇ ਵਿੱਚ ਲੱਖਾਂ ਹੀ ਰੱਬ ਦੇ ਮਿਲਾਪ ਦੇ ਰਸਤੇ ਦੇ ਅਭਿਆਸ ਨੇ, ਲੱਖਾਂ ਹੀ ਸੂਰਮਿਆਂ ਨੇ ਲੜਾਈ ਦੇ ਮੈਦਾਨ ਵਿੱਚ ਜੰਗ ਲੜਦਿਆਂ ਹੋਇਆਂ ਪ੍ਰਾਣਾਂ ਦਾ ਤਿਆਗ ਕੀਤਾ ਹੈ, ਲੱਖਾਂ ਹੀ ਸੁਰਤੀ ਲਾਉਣ ਵਾਲੇ ਨੇ, ਲੱਖਾਂ ਹੀ ਗਿਆਨ ਧਿਆਨ ਦੇ ਰਸਤੇ ਦੇ ਪਾਧੀ ਬਣੇ ਹੋਏ ਨੇ, ਤੇ ਲੱਖਾਂ ਹੀ ਵੇਦਾਂ ਸ਼ਾਸਤਰਾਂ ਦੇ ਪਾਠ ਕਰਨ ਵਾਲੇ ਨੇ। ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇਹ ਨਾਨਕ ਜੀ, ਪਰਮਾਤਮਾ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੇ ਸੰਸਾਰ ਨੂੰ ਸਾਜਿਆ ਹੈ, ਉਹਨੇ ਆਉਣ ਜਾਣ ਦਾ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਹੈ। ਤੇ ਮਨੁੱਖ ਜਿੰਨੇ ਬੰਦਾ ਕਰਮ ਕਰਦਾ ਹੈ, ਅਕਲਬੰਦੀ ਦੇ ਜਿੰਨੇ ਵੀ ਸਾਧਨ ਬੰਦੇ ਦੇ ਬਣਾਏ ਹੋਏ ਨੇ, ਇਹ ਸਾਰੇ ਹੀ ਝੂਠੇ ਨੇ। ਰੱਬ ਦੀ ਮਿਹਰ ਦਾ, ਰੱਬ ਦੀ ਬਖਸ਼ਿਸ਼ ਦਾ ਨਿਸ਼ਾਨ ਹੀ ਸੱਚਾ ਹੈ। ਚੌਪਈ ਮਨ ਕੀ ਮਤ ਕਰੇ ਜੇ ਕੋਈ, ਏਕ ਸਿੱਧ ਨ ਕੈਸੇ ਹੋਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਿਆਰਿਓ, ਜੇ ਕੋਈ ਮਨੁੱਖ ਆਪਣੇ ਮਨ ਦੀ ਮਤ ਕਰਦਾ ਹੈ ਤਾਂ ਫਿਰ ਇੱਕ ਵੀ ਕਰਾਮਾਤ ਕਿਸੇ ਤਰ੍ਹਾਂ ਉਹਦੀ ਨਹੀਂ ਹੋ ਸਕਦੀ, ਉਹਦੇ ਜੀਵਨ ਵਿੱਚ ਇੱਕ ਵੀ ਕਰਾਮਾਤ ਨਹੀਂ ਵਰਤ ਸਕਦੀ। ਬਿਨਾ ਆਪਣੇ ਕਰਮ ਵਡਾਏ ਕਿਨਹੋ ਪਾਏ ਖਬਰ ਨਾ ਰਾਈ। ਸਾਹਿਬ ਕਹਿੰਦੇ ਕਰਮਾਂ ਤੋਂ ਬਿਨਾ, ਸ਼ੁਭ ਕਰਮਾਂ ਤੋਂ ਬਿਨਾ, ਰੱਬ ਦੀ ਮਿਹਰ ਤੋਂ ਬਿਨਾ ਬੰਦੇ ਨੂੰ ਵਡਿਆਈ ਨਹੀਂ ਮਿਲ ਸਕਦੀ। ਆਰਾਈ ਪਰ ਵੀ ਬਿਲਕੁਲ ਥੋੜਾ ਜਿੰਨਾ ਵੀ ਕੋਈ ਮਾਣ ਨਹੀਂ ਲੈ ਸਕਦਾ ਰੱਬ ਦੀ ਕਿਰਪਾ ਤੋਂ ਬਿਨਾ। ਸ੍ਰੀ ਕਰਤਾਰ ਭਾਵਈ ਜੋਈ, ਹੋਤ ਪ੍ਰਤੱਖ ਬਾਤ ਹੈ ਸੋਈ। ਸਾਹਿਬ ਕਹਿੰਦੇ ਜੋ ਰੱਬ ਨੂੰ ਭਾਉਂਦਾ ਹੈ ਉਹੀ ਗੱਲ ਪ੍ਰਤੱਖ ਹੁੰਦੀ ਹੈ। ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ, ਅਸੀਂ ਬਚਨ ਗੁਰੂ ਕੀ ਬਾਣੀ ਦੇ ਪੜ੍ਹਦੇ ਹਾਂ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਰੱਬ ਜੀ ਤੈਨੂੰ ਚੰਗਾ ਲੱਗਦਾ ਉਹੀ ਚੰਗਾ ਹੈ। ਵੈਸੇ ਤਾਂ ਸਾਡੇ ਮਨ ਨੂੰ ਤਾਂ ਜੋ ਸਾਨੂੰ ਚੰਗਾ ਲੱਗਦਾ ਅਸੀਂ ਉਹਨੂੰ ਚੰਗਾ ਕਹਿੰਦੇ ਹਾਂ, ਪਰ ਸਾਹਿਬ ਕਹਿੰਦੇ ਨੇ ਉਹੀ ਚੰਗਾ ਹੈ ਜੋ ਰੱਬ ਨੂੰ ਚੰਗਾ ਲੱਗੇ। ਲੈਣ ਦੇਣ ਸਭ ਤਾਹੇ ਅਧੀਨਾ, ਔਰ ਨਾ ਕਿਸੋ ਕੇ ਕਰ ਕੀਨਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਲੇ ਸਮੇਂ ਆਪਣੇ ਪੁੱਤਰਾਂ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਭਾਈ ਅਸੀਂ ਨਾ ਕੁਝ ਲੈਣ ਵਾਲੇ ਹਾਂ ਤੇ ਨਾ ਕੁਝ ਦੇਣ ਵਾਲੇ ਹਾਂ। ਲੈਣਾ ਤੇ ਦੇਣਾ ਸਾਰਾ ਕੁਝ ਪਰਮਾਤਮਾ ਦੇ ਅਧੀਨ ਹੈ। ਰੱਬ ਨੇ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਕੀ ਕਿਸੇ ਨੂੰ ਦੇਣਾ ਹੈ ਤੇ ਕੀ ਕਿਸੇ ਕੋਲੋਂ ਲੈਣਾ ਹੈ। ਇਹ ਅਧਿਕਾਰ ਰੱਬ ਦੇ ਹੱਥ ਵਿੱਚ ਹੀ ਹੈ। ਸੁਣ ਕੇ ਸੁਤ ਦੋਨੋਂ ਮੁਰਝਾਨੇ, ਹਵੇ ਅਧੀਨ ਪੁਨ ਬਚਨ ਬਖਾਨੇ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਪਿਆਰਿਓ ਪੁੱਤਰੋ, ਜੇ ਤੁਹਾਨੂੰ ਵਡਿਆਈ ਨਹੀਂ ਮਿਲੀ, ਵਡਿਆਈ ਭਾਈ ਲਹਿਣਾ ਜਿਹਨੂੰ ਮਿਲੀ ਹੈ ਤਾਂ ਇਹ ਵੀ ਰੱਬ ਦੀ ਖੇਡ ਹੈ, ਉਹਦੀ ਮਰਜ਼ੀ ਹੈ, ਇਹਦੇ ਵਿੱਚ ਕਿਸੇ ਦਾ ਕੋਈ ਵਸ ਨਹੀਂ ਚੱਲਦਾ। ਇਹ ਬਚਨ ਸੁਣ ਕੇ ਦੋਵੇਂ ਪੁੱਤਰ ਬੜੇ ਨਿਰਾਸ਼ ਜੇ ਹੋ ਗਏ, ਉਦਾਸ ਹੋ ਗਏ, ਬੜੇ ਦੀਨ ਜੇ ਹੋ ਕੇ ਉਹਨਾਂ ਨੇ ਫਿਰ ਬੇਨਤੀ ਕੀਤੀ, ਬਚਨ ਕੀਤੇ, ਨਹੀਂ ਹਮਾਰੋ ਚਾਰੋ ਕੋ, ਜਿਉ ਭਾਵੈ ਤਿਉ ਕਰੀਐ ਸੋ। ਕਹਿਣ ਲੱਗੇ ਪਿਤਾ ਜੀ ਜੇ ਇਹੀ ਗੱਲ ਹੈ ਸਾਡਾ ਤਾਂ ਕੋਈ ਫਿਰ ਚਾਰਾ ਹੀ ਨਹੀਂ ਰਹਿ ਗਿਆ, ਅਸੀਂ ਕੀ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਕੀਤਾ ਠੀਕ ਹੈ। ਫਿਰ ਹੁਣ ਜਦੋਂ ਸਾਡੀ ਕੋਈ ਗੱਲ ਤੁਸੀਂ ਸੁਣਦੇ ਨਹੀਂ ਹੋ ਜਾਂ ਸਾਡਾ ਕਿਹਾ ਨਹੀਂ ਤੁਸੀਂ ਮੰਨਦੇ, ਤਾਂ ਜੋ ਤੁਸੀਂ ਕੀਤਾ ਬਸ ਠੀਕ ਹੈ। ਫਿਰ ਜਗ ਮੈਂ ਮੰਨਤਾ ਹਵੇ ਨਾ ਹਮਾਰੀ, ਕੋਈ ਨਾ ਦੇਵੇ ਭੇਟ ਅਗਾਰੀ। ਕਹਿਣ ਲੱਗੇ ਪਿਤਾ ਜੀ ਸੰਸਾਰ ਵਿੱਚ ਸਾਡੀ ਮਾਨਤਾ ਵੀ ਨਹੀਂ ਹੋਏਗੀ, ਕੋਈ ਸਾਡਾ ਸਤਿਕਾਰ ਨਹੀਂ ਕਰੇਗਾ, ਅਸੀਂ ਤਾਂ ਖਾਲੀ ਰਹਿ ਗਏ ਬਿਲਕੁਲ, ਸਾਡੇ ਅੱਗੇ ਕਿਸੇ ਨੇ ਭੇਟਾ ਨਹੀਂ ਚੜਾਉਣੀ, ਸਾਨੂੰ ਕੋਈ ਮਾਣ ਸਤਿਕਾਰ ਨਹੀਂ ਕਿਸੇ ਨੇ ਦੇਣਾ।
नाम लाज तुम ही को सारी, ओ कहे मुख ते तूषण तारी। ਅਸੀਂ ਤੁਹਾਡੇ ਪੁੱਤਰ ਹਾਂ ਪਿਤਾ ਜੀਓ, ਤੇ ਸਾਡਾ ਕੋਈ ਸਤਿਕਾਰ ਨਹੀਂ ਕਰੇਗਾ ਸੰਸਾਰ ਵਿੱਚ, ਸਾਡੀ ਮਾਨਤਾ ਨਹੀਂ ਹੋਵੇਗੀ, ਸਾਡਾ ਕੁਝ ਨਹੀਂ ਤਾਂ ਤੁਹਾਡੇ ਨਾਮ ਨੂੰ ਹੀ ਲਾਜ ਹੈ। ਇਹ ਕਹਿ ਕੇ ਦੋਵੇਂ ਪੁੱਤਰ ਚੁੱਪ ਹੋ ਗਏ। ਗੁਣ ਖਾਨੀ ਸੁਣ ਕਰਨਾ ਠਾਨੇ, ਬੋਲੇ ਸੁਤਨ ਸੰਗ ਪੁਨ ਬਾਣੀ। ਹੁਣ ਜਦੋਂ ਉਹਨਾਂ ਨੇ ਬੜੇ ਨਿਮਰਤਾ ਜੀ ਨਾਲ ਦੀਨ ਜੇ ਹੋ ਕੇ ਪੁੱਤਰਾਂ ਨੇ ਬੇਨਤੀ ਕੀਤੀਆਂ, ਹੁਣ ਸਤਿਗੁਰੂ ਦੇ ਘਰ ਵਿੱਚ ਜਿਹੜਾ ਪ੍ਰੇਮ ਨਾਲ ਆਵੇ ਤੇ ਬੇਨਤੀ ਕਰੇ, ਗੁਰੂ ਸਾਹਿਬ ਜੀ ਖਾਲੀ ਕਿਸੇ ਨੂੰ ਨਹੀਂ ਛੱਡਦੇ। ਜਿਹੜਾ ਵੀ ਪ੍ਰੇਮ ਨਾਲ ਬੇਨਤੀ ਕਰੇ ਸਤਿਗੁਰੂ ਦੀ ਝੋਲੀ ਭਰ ਦਿੰਦੇ ਨੇ। ਜਦੋਂ ਇਹਨਾਂ ਪ੍ਰੇਮ ਦੇ ਨਾਲ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਪੁੱਤਰਾਂ ਨੂੰ ਫਿਰ ਵਚਨ ਕੀਤਾ, ਅਰੇ ਦਸਿਦ ਸਭ ਹੈ ਕੁਲ ਮਾਹੀ, ਪਾਟ ਤਨ ਧਾਮ ਤੋਟ ਕਵ ਨਾਹੀ। ਮਹਾਰਾਜ ਕਹਿਣ ਲੱਗੇ, ਜੋ ਤਾਂ ਰੱਬ ਦੀ ਖੇਡ ਹੈ ਭਾਈ ਉਹ ਤਾਂ ਉਹੀ ਰਹਿਣੀ ਹੈ, ਤੁਹਾਨੂੰ ਜ਼ਿੰਮੇਵਾਰੀ ਤਾਂ ਨਹੀਂ ਮਿਲ ਸਕਦੀ। ਜਿਹੜੀ ਸੇਵਾ ਮਿਲੀ ਹੈ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਸਾਹਿਬ ਨੂੰ, ਉਹ ਤਾਂ ਰਹਿਣੀ ਹੈ ਉਹਨਾਂ ਦੀ ਹੋਈ। ਪਰ ਸਤਿਗੁਰੂ ਕਹਿੰਦੇ ਤੁਹਾਡੇ ਵਿੱਚ ਰਿੱਧੀਆਂ ਸਿੱਧੀਆਂ ਆ ਜਾਣਗੀਆਂ, ਤੁਹਾਨੂੰ ਵੀ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ। ਕੱਪੜੇ ਧਨ ਦੀ, ਘਰ ਪਦਾਰਥ ਦੀ ਕਿਸੇ ਤਰ੍ਹਾਂ ਦੀ ਤੋੜ ਨਹੀਂ ਕਦੇ ਤੁਹਾਨੂੰ ਆਵੇਗੀ। ਗੁਰੂ ਪੀਰ ਕੇ ਜੋ ਹੈ ਸੁਆਨਾ, ਤਿਨ ਕੋ ਮਾਨੇ ਜਗਤ ਮਹਾਨਾ। ਮਹਾਰਾਜ ਜੀ ਨੇ ਬੜਾ ਪਿਆਰਾ ਵਚਨ ਕਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਿਹੜੇ ਰੱਬ ਦੇ ਪਿਆਰਿਆਂ ਦੇ ਘਰ ਦੇ ਕੁੱਤੇ ਵੀ ਹੁੰਦੇ ਨੇ ਨਾ, ਉਹਨਾਂ ਦੀ ਵੀ ਸੰਸਾਰ ਵਿੱਚ ਜਗਤ ਵਿੱਚ ਬੜਾ ਮਾਣ ਤੇ ਸਤਿਕਾਰ ਹੁੰਦਾ ਹੈ। ਰੱਬ ਦੇ ਪਿਆਰਿਆਂ ਦੇ ਗੁਰੂ ਪੀਰ ਦੇ ਘਰ ਦਾ ਕੋਈ ਕੁੱਤਾ ਵੀ ਹੋਵੇ, ਉਹਦਾ ਵੀ ਸਤਿਕਾਰ ਸੰਸਾਰ ਵਿੱਚ ਹੁੰਦਾ ਹੈ। ਤੁਮ ਤੋ ਤਾਤ ਭਏ ਮੁਝ ਤਨ ਤੇ, ਭੇਟਾ ਕਿਉ ਨਾ ਦੇਹ ਹਿਤ ਮਨ ਤੇ। ਸਤਿਗੁਰੂ ਕਹਿੰਦੇ, ਮੇਰੇ ਪੁੱਤਰੋ ਤੁਸੀਂ ਕਿਉਂ ਫਿਕਰ ਕਰਦੇ ਹੋ, ਤੁਸੀਂ ਤਾਂ ਮੇਰੇ ਆਪਣੇ ਪੁੱਤਰ ਹੋ, ਤੇ ਇਸ ਕਰਕੇ ਤੁਹਾਡੀ ਮਾਨਤਾ ਕਿਉਂ ਨਹੀਂ ਹੋਏਗੀ। ਸੰਸਾਰ ਵਿੱਚ ਲੋਕੀ ਤੁਹਾਡਾ ਸਤਿਕਾਰ ਕਿਉਂ ਨਹੀਂ ਕਰਨਗੇ, ਕਿਉਂਕਿ ਰੱਬ ਦੇ ਪਿਆਰਿਆਂ ਦੇ ਘਰ ਦੇ ਤਾਂ ਕੁੱਤਿਆਂ ਦਾ ਵੀ ਮਾਣ ਹੁੰਦਾ ਹੈ, ਤੁਸੀਂ ਤਾਂ ਫਿਰ ਵੀ ਸਾਡੇ ਪੁੱਤਰ ਹੋ। ਤੁਹਾਡਾ ਵੀ ਸਤਿਕਾਰ ਸੰਸਾਰ ਤੇ ਸਮੇਂ ਦੇ ਅਨੁਸਾਰ ਸਾਰਾ ਹੋਵੇਗਾ। ਕਰਾਮਾਤ ਹਵੇ ਹੈ ਤੁਮ ਮਾਹੀ, ਸਿੱਖ ਹਮਾਰੇ ਸਰਬ ਪੁਜਾਹੀ। ਮਹਾਰਾਜ ਨੇ ਕਿਹਾ ਤੁਹਾਡੇ ਵਿੱਚ ਵੀ ਕਲਾ ਤਾਂ ਵਰਤੇਗੀ, ਸਿੱਖ ਤੁਹਾਡਾ ਵੀ ਸਤਿਕਾਰ ਕਰਨਗੇ। ਜਗਤ ਵਿਰਾਜੋ ਸਭ ਤੇ ਉੱਚੇ, ਤੁਮਰੀ ਸਮਤਾ ਕੋ ਨਾ ਪਹੁੰਚੇ। ਮਹਾਰਾਜ ਕਹਿੰਦੇ ਸੰਸਾਰ ਵਿੱਚ ਲੋਕੀ ਤੁਹਾਨੂੰ ਉੱਚਿਆਂ ਕਰਕੇ ਜਾਣਨਗੇ, ਤੁਹਾਡੀ ਕੋਈ ਬਰਾਬਰੀ ਨਹੀਂ ਕਰੇਗਾ, ਕਿਉਂਕਿ ਤੁਸੀਂ ਗੁਰੂ ਕੇ ਪੁੱਤਰ ਹੋ। ਸੁਣੋ ਪਰੰਤੂ ਜੋ ਸ਼ਬਦ ਵਡਾਈ, ਸੋ ਅੰਗਦ ਨੈਣੀਕੀ ਪਾਈ। ਮਹਾਰਾਜ ਕਹਿੰਦੇ ਆਹ ਚੀਜ਼ਾਂ ਤਾਂ ਤੁਹਾਨੂੰ ਮਿਲ ਜਾਣਗੀਆਂ, ਲੋਕੀ ਤੁਹਾਡਾ ਸਤਿਕਾਰ ਵੀ ਕਰਨਗੇ, ਧਨ ਪਦਾਰਥ ਦੀ ਕੋਈ ਘਾਟ ਵੀ ਨਹੀਂ ਰਹੇਗੀ, ਕਲਾ ਵੀ ਤੁਹਾਡੇ 'ਚ ਵਰਤੇਗੀ। ਪਰ ਅਗਲੀ ਗੱਲ ਸੁਣੋ, ਜਿਹੜੀ ਸ਼ਬਦ ਦੀ ਵਡਿਆਈ ਹੈ ਉਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਪ੍ਰਾਪਤ ਕੀਤੀ ਹੈ। ਹਿਰਦੇ ਵਿਚਾਰ ਲਿਹੋ ਤੁਮ ਦੇਖੀ, ਜਿਉ ਲੀਨੀ ਕੇ ਕਾਲ ਵਸੇਖੀ। ਮਹਾਰਾਜ ਕਹਿੰਦੇ ਜਿਹੜੀ ਵਡਿਆਈ ਦੂਸਰੇ ਪਾਤਸ਼ਾਹ ਨੂੰ ਮਿਲੀ ਹੈ, ਭਾਈ ਲਹਿਣਾ ਜੀ ਨੂੰ ਮਿਲੀ ਹੈ, ਤੁਸੀਂ ਚੰਗੀ ਤਰ੍ਹਾਂ ਮਨ ਕਰਕੇ ਵਿਚਾਰ ਕੇ ਵੀ ਵੇਖ ਲਿਓ। ਉਹਨਾਂ ਨੇ ਬੜੀ ਘਾਲਣਾ ਘਾਲੀ ਹੈ, ਬਹੁਤ ਕਠਿਨ ਘਾਲਣਾ ਘਾਲ ਕੇ ਉਹਨਾਂ ਨੇ ਇਸ ਵਡਿਆਈ ਨੂੰ ਪ੍ਰਾਪਤ ਕੀਤਾ, ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰਾਂ ਨੂੰ ਬੜੇ ਪ੍ਰੇਮ ਸਹਿਤ ਇਹ ਗੱਲਾਂ ਸਮਝਾ ਰਹੇ ਨੇ। ਸਤਿਗੁਰਾਂ ਨੇ ਇਸੇ ਕਰਕੇ ਦੂਸਰੇ ਪਾਤਸ਼ਾਹ ਮਹਾਰਾਜ ਜੀ ਨੂੰ ਪਹਿਲਾਂ ਹੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਭੇਜ ਦਿੱਤਾ ਸੀ, ਕਿਉਂਕਿ ਪਤਾ ਸੀ ਕਿ ਸਾਡੇ ਪੁੱਤਰ ਜਿਹੜੇ ਨੇ ਈਰਖਾ ਵਸ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਜ ਕਰ ਸਕਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਪੁੱਤਰਾਂ ਨੂੰ ਕਿਹਾ ਤੁਹਾਡਾ ਸਤਿਕਾਰ ਹੋਏਗਾ, ਪਰ ਜਿਹੜੀ ਵਡਿਆਈ ਭਾਈ ਲਹਿਣਾ ਜੀ ਨੂੰ ਭਾਵ ਕੇ ਦੂਸਰੇ ਪਾਤਸ਼ਾਹ ਜੀ ਨੂੰ ਮਿਲੀ ਹੈ ਉਹ ਨਹੀਂ ਤੁਹਾਨੂੰ ਮਿਲ ਸਕਦੀ, ਕਿਉਂਕਿ ਜੋ ਘਾਲਣਾ ਉਹਨਾਂ ਨੇ ਜੀਵਨ 'ਚ ਘਾਲੀ ਉਹ ਤੁਸੀਂ ਨਹੀਂ ਘਾਲ ਸਕੇ। ਨਿਰਹੰਕਾਰ ਰਹਿਓ ਅਨਸਾਰੀ, ਹਿਰਦੇ ਸਦੀਵ ਸੇਵ ਜਿਨ ਪਿਆਰੀ। ਮਹਾਰਾਜ ਕਹਿੰਦੇ ਵੇਖੋ ਤੁਸੀਂ ਪੁੱਤਰੋ ਵਿਚਾਰ ਕਰਕੇ ਵੇਖੋ, ਅਹੰਕਾਰ ਤੋਂ ਰਹਿਤ ਹੋ ਕੇ ਬਹੁਤ ਪ੍ਰੇਮ ਸਹਿਤ ਉਹਨਾਂ ਸੇਵਾ ਕੀਤੀ ਤੇ ਆਗਿਆ ਵਿੱਚ ਰਹੇ, ਹੁਕਮ ਉਹਨਾਂ ਨੇ ਮੰਨਿਆ ਤੇ ਸੇਵਾ ਦੇ ਨਾਲ ਪ੍ਰੇਮ ਪਾ ਕੇ ਰੱਖਿਆ। ਆਇਸ ਵਿਖੇ ਬਿਲਮ ਨੈ ਕੀਨੇ, ਸੂਧੀ ਹੋਏ ਅਥਵਾ ਬਪਰੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪੁੱਤਰੋ, ਭਾਈ ਲਹਿਣਾ ਜੀ ਨੇ ਆਗਿਆ ਮੰਨਣ ਵਿੱਚ ਕਦੇ ਦੇਰ ਨਹੀਂ ਸੀ ਕੀਤੀ। ਆਗਿਆ ਭਾਵੇਂ ਕਿਵੇਂ ਦੀ ਵੀ ਹੋਵੇ,
ਭਾਈ ਲਹਿਣੇ ਨੇ 7 ਵਚਨ ਕਹਿ ਕੇ ਆਗਿਆ ਮੰਨੀਏ, ਭਾਵੇਂ ਕਿਵੇਂ ਦਾ ਵੀ ਹੁਕਮ ਕੀਤਾ ਹੈ। ਅਵਰ ਰਹੇ ਗੁਣ ਅੰਗਦ ਕੇਰੇ, ਪੁਣ ਤੂਸਨ ਕੀਏ ਪ੍ਰਭੂ ਵਡੇਰੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਪੁੱਤਰਾਂ ਦੇ ਸਾਹਮਣੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬੇਅੰਤ ਗੁਣ ਵਰਣਨ ਕੀਤੇ। ਫਿਰ ਗੁਰੂ ਸਾਹਿਬ ਜੀ ਚੁੱਪ ਹੋ ਗਏ ਨੇ। ਦੋਏ ਘਟੀ ਦੀਏ ਦਰਸ਼ਨ ਔਰੀ, ਨਰ ਹਜ਼ਾਰ ਬੰਦੇ ਕਰ ਜੋਰੀ। ਪੁੱਤਰਾਂ ਨੇ ਅਰਦਾਸ ਕਰਕੇ 2 ਘੜੀਆਂ ਦੇ ਦਰਸ਼ਨ ਮੰਗੇ ਸਨ ਤੇ 2 ਘੜੀਆਂ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ। ਹਜ਼ਾਰਾਂ ਮਨੁੱਖਾਂ ਨੇ ਦਰਸ਼ਨ ਕੀਤੇ ਨੇ। ਹੱਥ ਜੋੜ ਕੇ ਸੰਗਤਾਂ ਖੜੀਆਂ ਨੇ। ਦੋਹਰਾ ਸ੍ਰੀ ਸਤਿਗੁਰ ਸਮਚਿਤ ਪ੍ਰਭੂ, ਬੈਠੇ ਬੀਚ ਸੁਹਾਏ। ਮੁਖ ਪ੍ਰਸੰਨ ਸਮ ਚੰਦਰ ਕੋ, ਉਡਗਣ ਸਿੱਖ ਸਮੁਦਾਏ। ਸ੍ਰੀ ਸਤਿਗੁਰੂ ਜੀ ਬਹੁਤ ਪ੍ਰੇਮ ਸਹਿਤ ਸੰਗਤਾਂ ਦੇ ਵਿਚਕਾਰ ਨੇ। ਇਸ ਤਰ੍ਹਾਂ ਵਿਰਾਜੇ ਹੋਏ ਨੇ ਜਿਵੇਂ ਵਿਚਕਾਰ ਚੰਦ ਹੁੰਦਾ ਹੈ ਤੇ ਆਲੇ ਦੁਆਲੇ ਤਾਰੇ ਨੇ। ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਸੰਗਤਾਂ ਦਾ ਵਿਸ਼ਾਲ ਇਕੱਠ ਹੋਇਆ ਪਿਆ ਹੈ। ਚੌਪਈ ਦੀਪਕ ਤੇਜ ਮੁਖ ਕਾਂਤ ਵਿਸਾਲੀ, ਬਾਲ ਅਸਮਾਲੀ ਜੁਤ ਲਾਲੀ। ਮੁਖ ਤੇ ਵਿਸ਼ਾਲ ਪ੍ਰਸੰਨਤਾ ਹੈ। ਵੈਸੇ ਜਦੋਂ ਅੰਤਲਾ ਸਮਾਂ ਆਉਂਦਾ ਹੈ ਬੰਦਾ ਘਬਰਾ ਜਾਂਦਾ ਹੈ ਕਿ ਮੈਂ ਸੰਸਾਰ ਨੂੰ ਛੱਡ ਕੇ ਜਾ ਰਿਹਾ ਹਾਂ। ਪਰ ਗੁਰੂ ਸਾਹਿਬ ਜੀ ਦੇ ਮੁਖ ਤੇ ਵਿਸ਼ਾਲ ਸੁੰਦਰਤਾ ਪ੍ਰਕਾਸ਼ਮਾਨ ਹੋ ਰਹੀ ਹੈ। ਚੜ੍ਹਦੇ ਸੂਰਜ ਦੀ ਲਾਲੀ ਵਰਗਾ ਚਿਹਰਾ ਹੋਇਆ ਸਤਿਗੁਰਾਂ ਦਾ। ਗਿਆਨ ਕਿਰਨ ਤੇ ਰਹਿਓ ਪ੍ਰਕਾਸ਼ੇ, ਸੇਵ ਕਰੇ ਦੇ ਅਰਵਿੰਦ ਵਿਕਾਸੇ। ਗਿਆਨ ਦੀਆਂ ਕਿਰਨਾਂ ਦੇ ਨਾਲ ਮੁਖ ਚਮਕ ਰਿਹਾ ਹੈ। ਜਿੱਧਰ ਸਤਿਗੁਰੂ ਜੀ ਮਿਹਰ ਦੀ ਦ੍ਰਿਸ਼ਟੀ ਕਰਦੇ ਨੇ, ਸੇਵਕਾਂ ਦੇ ਹਿਰਦੇ ਵੀ ਖਿੜ ਪੈਂਦੇ ਹਨ। ਭਏ ਕਿਰਪਾ ਰਸ ਨੈਣ ਰਸੀਲੇ, ਹਿਤੋ ਪ੍ਰਕਾਸ਼ ਸੁਸ਼ੀਲ ਛਬੀਲੇ। ਗੁਰੂ ਸਾਹਿਬ ਜੀ ਦੇ ਨੇਤਰ ਕਿਰਪਾ ਦੇ ਨਾਲ ਮਿਹਰ ਨਾਲ ਭਰੇ ਹੋਏ ਨੇ। ਸਭ ਦਿਸ ਦੇਖਤ ਕਰਤ ਕਿਰਤਾਰਥ, ਦਰਸੇ ਬ੍ਰਿੰਦ ਪਾਏ ਪਰਮਾਰਥ। ਸਤਿਗੁਰੂ ਜੀ ਆਲੇ ਦੁਆਲੇ ਜੋ ਸੰਗਤਾਂ ਨੇ ਦਰਸ਼ਨ ਕਰ ਰਹੀਆਂ ਨੇ, ਸਤਿਗੁਰਾਂ ਨੇ ਸਾਰੇ ਪਾਸੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਘੁਮਾਈ ਹੈ। ਸੰਗਤਾਂ ਨੂੰ ਦਰਸ਼ਨ ਦੇ ਕੇ ਪਰਮਾਰਥ ਦਾ ਕੰਮ ਕਰ ਰਹੇ ਨੇ। ਤੇ ਚਨ ਬੁੱਢੇ ਦਵੇ ਕਰ ਜੋਰੇ, ਦ੍ਰਿਸ਼ਟ ਲਾਏ ਪਦ ਪੰਕਜ ਆਉਰੇ। ਉਸ ਵੇਲੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ। ਬੜੇ ਪ੍ਰੇਮ ਸਹਿਤ ਚਰਨਾਂ ਵੱਲ ਧਿਆਨ ਜੋੜ ਕੇ ਬੜੇ ਪ੍ਰੇਮ ਨਾਲ ਕਿਹਾ, ਗੁਰ ਜੀ ਬਚ ਸੁਣੀਏ ਕਹਿ ਅਰਜੀ, ਸ੍ਰੀ ਗੁਰ ਜੀ ਜਬ ਸਿੱਖਣ ਮਰਜੀ। ਕਹਿਣ ਲੱਗੇ, ਮਹਾਰਾਜ ਜੀਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪ ਜੀ ਦੇ ਬਚਨ ਸੁਣਾਓ। ਸਾਰੇ ਸਿੱਖਾਂ ਦੀ ਇਹੋ ਮਰਜ਼ੀ, ਆਪ ਜੀ ਦੇ ਬਚਨ ਸੰਗਤਾਂ ਸੁਣਨੀਆਂ ਚਾਹੁੰਦੀਆਂ ਨੇ। ਉੱਤਮ ਵਾਹਿਗੁਰੂ ਸਤਨਾਮ, ਉਪਦੇਸਿਓ ਸੰਗਤ ਨਰਵਾਮ। ਵਾਹਿਗੁਰੂ ਦਾ ਸਤਨਾਮ ਦਾ ਉਪਦੇਸ਼ ਸਰਬੱਤ ਸੰਗਤਾਂ ਨੂੰ ਦੇਣਾ ਕਰੋ। ਸਿਮਰਨ ਨਾਮ ਕਰੇ ਅਠ ਜਾਮ, ਪਦ ਅਵਿਰਾਮ ਦੇਤ ਸੁਖ ਧਾਮ। ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਸਾਨੂੰ ਉਪਦੇਸ਼ ਦਿਓ ਤਾਂ ਜੋ 8 ਪੈਰ ਅਸੀਂ ਤੁਹਾਡੇ ਨਾਮ ਦਾ ਸਿਮਰਨ ਕਰ ਸਕੀਏ, ਆਪ ਜੀ ਦੇ ਚਰਨਾਂ ਦਾ ਧਿਆਨ ਜੋੜ ਸਕੀਏ। ਸ੍ਰੀ ਮੁਖ ਤੇ ਸ ਅਰਥ ਜਥਾਰਥ, ਸੇਵਕ ਸੁਣੇ ਸੋ ਹੋਏ ਕਿਰਤਾਰਥ। ਮਹਾਰਾਜ ਜੀ ਆਪ ਜੀ ਦੇ ਮੁਖ ਤੋਂ ਬਚਨ ਸੁਣ ਕੇ ਸੇਵਕਾਂ ਦਾ ਭਲਾ ਹੋਵੇਗਾ। ਅੰਤ ਸਮੇਂ ਕੋ ਦਰਸ ਤੁਮਾਰਾ, ਤਥਾ ਵਚਨ ਕੋ ਅਵੇ ਵਿਚਾਰਾ। ਮਹਾਰਾਜ ਜੀ ਆਪ ਜੀ ਦੇ ਅੰਤਲੇ ਸਮੇਂ ਦੇ ਦਰਸ਼ਨ ਸੰਗਤਾਂ ਕਰ ਰਹੀਆਂ ਨੇ। ਆਪ ਜੀ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਉਪਦੇਸ਼ ਦਿਓ। ਜਾਤੇ ਸਭ ਹਿਨ ਕੇ ਮਨ ਚਾਹੂ, ਸੁਣਵੇ ਕਹੋ ਵਿਸਾਲ ਉਤਸਾਹੂ। ਮਹਾਰਾਜ ਜੀਓ, ਸਾਰੀ ਸੰਗਤ ਚਾਹੁੰਦੀ ਹੈ ਤੁਹਾਡੀ ਰਸਨਾ ਤੋਂ ਸ਼ਬਦ ਸੁਣੀਏ, ਤੁਹਾਡੀ ਰਸਨਾ ਤੋਂ ਉਪਦੇਸ਼ ਸੁਣੀਏ। ਆਪ ਜੀ ਦੇ ਬਚਨ ਸੁਣਨ ਵਾਸਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ। ਕਿਰਪਾ ਕਰੋ ਸਭ ਪਰ ਸ੍ਰੀ ਗੁਰ ਜੀ, ਪੂਰੋ ਸਰਬ ਲਾਲਸਾ ਉਰਜੀ। हे ਸਤਿਗੁਰੂ ਜੀਓ,
ਸਾਡੇ ਸਾਰੇ ਸਿੱਖਾਂ ਤੇ ਬੇਨਤੀ ਰਹਿਮਤ ਕਰਕੇ ਕਿਰਪਾ ਕਰੋ, ਸਾਡੀ ਬੇਨਤੀ ਨੂੰ ਸੁਣੋ, ਸਾਡੇ ਹਿਰਦੇ ਦੀ ਲਾਲਸਾ ਪੂਰੀ ਕਰ ਦਿਓ। ਇਸ ਪ੍ਰਕਾਰ ਸੁਣ ਕੇ ਸੁਭ ਬਾਣੀ, ਅਰ ਸਿੱਖਣ ਮਨ ਕੀ ਗਤ ਜਾਣੀ। ਇਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਪ੍ਰੇਮ ਭਰੇ ਬਚਨ ਸੁਣ ਕੇ ਸਤਿਗੁਰਾਂ ਨੇ ਸਿੱਖਾਂ ਦੇ ਮਨ ਦੇ ਹਾਲਾਤਾਂ ਨੂੰ ਜਾਣਨਾ ਕੀਤਾ ਹੈ। ਸਮ ਅੰਮ੍ਰਿਤ ਕੇ ਗਿਰਾ ਰਸਾਲਾ, ਕਹਿ ਸ੍ਰੀ ਨਾਨਕ ਪਰਮ ਕਿਰਪਾਲਾ। ਅੰਮ੍ਰਿਤ ਵਰਗੇ ਰਸੀਲੇ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸੰਗਤਾਂ ਨੂੰ ਸੁਣਾਉਣ ਲੱਗੇ ਨੇ। ਆਓ ਅੰਤਲੇ ਸਮੇਂ ਕੀ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖ ਸੰਗਤਾਂ ਨੂੰ ਦੇ ਰਹੇ ਨੇ, ਉਹ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕਾ ਜਸ ਸੁਣੀਏ, ਗੁਰੂ ਦੀਆਂ ਵਡਿਆਈਆਂ ਕਰੀਏ, ਤਾਂ ਜੋ ਸਾਡਾ ਜੀਵਨ ਸੁਖਮਈ ਬਤੀਤ ਹੋ ਸਕੇ। ਗੁਰੂ ਕਾ ਜਸ ਕਰਦੇ ਹਾਂ, ਗੁਰੂ ਕਾ ਜਸ ਵਿਚਾਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ।